ਮਨੀ ਇਨਵੈਸਟਮੈਂਟ ਇੱਕ ਐਸਾ ਟੌਪਿਕ ਹੈ ਜਿਹਨੂੰ ਬਹੁਤੇ ਲੋਕ ਲਾਈਟ ਲੈ ਜਾਂਦੇ ਨੇ ਐਂਡ ਸਮਟਾਈਮਸ ਉਹਨਾਂ ਵੱਲੋਂ ਲਏ ਰੋਂਗ ਇਨਵੈਸਟਮੈਂਟ ਡਿਸੀਜਨਸ ਲਾਈਫ ਨੂੰ ਅਪਸਾਈਡ ਡਾਊਨ ਵੀ ਕਰ ਦਿੰਦੇ ਨੇ। ਫਾਈਨੈਂਸ ਰਿਲੇਟਡ ਇਨਫ ਐਜੂਕੇਸ਼ਨ ਨਾ ਹੋਣ ਕਰਕੇ ਆਪਣੇ ਵਿੱਚੋਂ ਬਹੁਤੇ ਲੋਕ ਆਪੋ ਆਪਣੇ ਕਲਚਰ ਵਾਈਜ਼ ਉਹੀ ਕੁਝ ਕਰਦੇ ਨੇ ਜੋ ਉਹ ਆਪਣੇ ਅਰਾਊਂਡ ਦੇਖਦੇ ਜਾਂ ਸੁਣਦੇ ਆਏ ਹੋਣ। ਮੋਸਟਲੀ ਲੋਕਾਂ ਵਿੱਚ ਇਨੀਸ਼ੀਅਲੀ ਇਨਵੈਸਟਮੈਂਟ ਦਾ ਮੀਨਿੰਗ 2 ਹੱਦ 3 ਵੇਜ਼ ਤੱਕ ਹੀ ਸੀਮਿਤ ਹੁੰਦਾ ਸੀ। ਉਹਨਾਂ ਵਿੱਚੋਂ ਪਹਿਲਾ ਸੀ 5% ਰਿਟਰਨ ਦੇਣ ਵਾਲੀ FD ਮੀਨਸ ਫਿਕਸਡ ਡਿਪੋਜ਼ਿਟ, ਜਿਹਦੇ ਵਿੱਚ ਮਨੀ ਡਬਲ ਹੋਣ ਨੂੰ ਐਟਲੀਸਟ 14 ਈਅਰਸ ਲੱਗ ਜਾਂਦੇ ਨੇ। ਦੈਨ 9 to 10% ਰਿਟਰਨ ਦੇਣ ਵਾਲੀ ਇਨਵੈਸਟਮੈਂਟ ਇਨ 골ਡ ਜੋ FD ਨਾਲੋਂ ਬੈਟਰ ਰਿਟਰਨ ਪ੍ਰੋਵਾਈਡ ਕਰਦੀ ਹੈ। ਐਂਡ ਲਾਸਟ ਬਟ ਨਾਟ ਲੀਸਟ ਸਭ ਤੋਂ ਕਾਮਨ ਹੈ ਇਨਵੈਸਟਿੰਗ ਇਨ ਲੈਂਡ, ਜਿਹਦੇ ਵਿੱਚੋਂ ਸਮਟਾਈਮਸ ਨੈਗੇਟਿਵ ਰਿਟਰਨ ਵੀ ਮਿਲਦੀ ਹੈ। ਬਟ ਅਗੇਨ ਇਨਵੈਸਟਿੰਗ ਇਨ ਲੈਂਡ ਇਜ਼ ਨਾਟ ਚੀਪ, ਬਹੁਤ ਮਨੀ ਚਾਹੀਦੀ ਹੈ ਇਸ ਦੇ ਲਈ। ਬਟ ਪ੍ਰੈਜ਼ੈਂਟਲੀ ਜੇ ਸਭ ਤੋਂ ਵੱਧ ਰਿਟਰਨ ਔਨ ਇਨਵੈਸਟਮੈਂਟ ਕਿਸੇ ਵਿੱਚੋਂ ਮਿਲਦੀ ਹੈ ਤਾਂ ਉਹ ਹੈ ਸਟਾਕ ਮਾਰਕੀਟ, ਐਵਰੇਜ 20 to 30%। ਐਂਡ ਜੇ ਸਮਾਰਟਲੀ ਇਨਵੈਸਟ ਕੀਤਾ ਹੋਵੇ ਦੈਨ 50 to 70%, ਚਾਹੇ ਉਹ ਸਟਾਕਸ ਮਿਊਚੁਅਲ ਫੰਡ ਦੇ ਰੂਪ ਵਿੱਚ ਹੋਣ ਜਾਂ ਤੁਸੀਂ ਪੋਰਟਫੋਲੀਓ ਆਪਣਾ ਖੁਦ ਮੈਨੇਜ ਕਰਦੇ ਹੋ। ਬਟ ਦਿਸ ਇਨਵੈਸਟਮੈਂਟ ਫੋਰ ਸ਼ੋਰ ਰਿਕੁਆਇਰ ਅ ਲਿਟਲ ਮੋਰ ਅਲਰਟਨੈਸ ਕੰਪੈਰੇਟਿਵਲੀ ਟੂ ਅਦਰ ਵਨਸ। ਅੱਜ ਹਰ ਅਮੀਰ ਇਨਸਾਨ ਚਾਹੇ ਉਹ ਅੰਬਾਨੀ, ਅਡਾਨੀ, ਬਿਲ ਗੇਟਸ, ਵਾਰਨ ਬਫਟ, ਐਲਨ ਮਸਕ, ਜੈਫ ਬੇਜ਼ੋਸ, ਟਾਟਾ, ਬਿਰਲਾ, ਬੇਸਿਕਲੀ ਕੋਈ ਵੀ ਹੋਵੇ, ਉਹਨਾਂ ਦੀ ਮੇਜਰ ਵੈਲਥ ਸਟਾਕ ਮਾਰਕੀਟ ਵਿੱਚ ਹੀ ਹੈ। ਹੁਣ ਜਿਨ੍ਹਾਂ ਨੂੰ ਨਹੀਂ ਪਤਾ ਉਹਨਾਂ ਲਈ ਆਹ ਜਾਣਨਾ ਬਹੁਤ ਇੰਪੋਰਟੈਂਟ ਹੈ ਕਿ ਵਾਟ ਇਜ਼ ਸਟਾਕ ਮਾਰਕੀਟ, ਕੀ ਹੈ ਇਹ ਜੋ ਟੀਵੀ ਉੱਤੇ ਦੇਖਦੇ ਸੁਣਦੇ ਤੇ ਰਹੇ ਬਟ ਕਦੀ ਕਿਸੇ ਨੇ ਨਾ ਸਮਝਾਇਆ ਨਾ ਖੁਦ ਸਮਝਣ ਦੀ ਕੋਸ਼ਿਸ਼ ਕੀਤੀ ਕਿ ਕੀ ਮਤਲਬ ਹੁੰਦਾ ਹੈ ਸੈਂਸੈਕਸ, ਨਿਫਟੀ ਵਰਗੀਆਂ ਟਰਮਸ ਦਾ। ਆਓ ਅੱਜ ਰਲ ਮਿਲ ਕੇ ਚੈਨਲ ਪੰਜਾਬ 46 ਦੀ ਫਾਈਨੈਂਸ ਸੀਰੀਜ਼ ਦੀ ਇਸ ਵੀਡੀਓ ਥਰੂ ਸਮਝਦੇ ਹਾਂ ਇਨਵੈਸਟਮੈਂਟ ਦੇ ਇਸ ਮੋਸਟ ਇੰਪੋਰਟੈਂਟ ਟੂਲ ਬਾਰੇ। Stock market today. Stock market has gained almost $3 trillion in value. ਸਟਾਕ ਮਾਰਕੀਟ ਇਹ ਇੱਕ ਉਹ ਪਲੇਸ ਹੈ ਜਿੱਥੇ ਪਬਲਿਕਲੀ ਲਿਸਟਡ ਕੰਪਨੀਆਂ ਜਿਵੇਂ ਕਿ ਟੈਸਲਾ, ਐਲਫਾਬੈਟ, ਐਮਾਜ਼ਨ, ਐਪਲ, ਮਾਈਕਰੋਸਾਫਟ, ਗੋਦਰੇਜ, ਰਿਲਾਇੰਸ ਇਦਾਂ ਦੀਆਂ ਹੀ ਕਈ ਹੋਰ ਨਿੱਕੀਆਂ ਵੱਡੀਆਂ ਕੰਪਨੀਆਂ ਆਪਣੇ ਸ਼ੇਅਰ ਟ੍ਰੇਡ ਕਰਦੀਆਂ ਹਨ। ਮਤਲਬ ਆਪਣੀ ਕੰਪਨੀਆਂ ਦੇ ਛੋਟੇ-ਛੋਟੇ ਹਿੱਸੇ ਸ਼ੇਅਰਾਂ ਦੇ ਰੂਪ ਵਿੱਚ ਵੇਚਦੀਆਂ ਹਨ ਐਂਡ ਹਰ ਸ਼ੇਅਰ ਹੋਲਡਰ ਕੰਪਨੀ ਦੇ ਇੱਕ ਹਿੱਸੇ ਦਾ ਮਾਲਕ ਹੁੰਦਾ ਹੈ। ਆਓ ਇਹਨੂੰ ਹੋਰ ਵੱਧ ਤੋਂ ਵੱਧ ਸਿੰਪਲ ਕਰਕੇ ਇੱਕ ਐਗਜ਼ਾਮਪਲ ਨਾਲ ਸਮਝਦੇ ਹਾਂ। ਹੁਣ ਆਪਾਂ ਸਾਰੇ ਐਮਾਜ਼ਨ ਕੰਪਨੀ ਨੂੰ ਤਾਂ ਜਾਣਦੇ ਹੀ ਹਾਂ, ਜਿਹਨੂੰ 1994 ਵਿੱਚ ਜੈਫ ਬੇਜ਼ੋਸ ਨੇ ਓਪਨ ਜਾਂ ਕਹਿ ਲਓ ਫਾਊਂਡ ਕੀਤਾ। 3 ਸਾਲ ਤੱਕ ਇਹ ਕੰਪਨੀ ਪ੍ਰਾਈਵੇਟ ਰਹੀ, ਮਤਲਬ ਸਟਾਕ ਮਾਰਕੀਟ ਜਾਂ ਲੋਕਾਂ ਨਾਲ ਕੋਈ ਲੈਣ ਦੇਣ ਨਹੀਂ। ਦੈਨ ਇਨ 97 ਜੈਫ ਬੇਜ਼ੋਸ ਨੇ ਐਮਾਜ਼ਨ ਪਬਲਿਕਲੀ ਲਿਸਟ ਕੀਤੀ ਔਨ ਸਟਾਕ ਮਾਰਕੀਟ ਵਿਦ ਦੀ $18 ਪਰ ਸ਼ੇਅਰ। ਜਦੋਂ ਪਹਿਲੀ ਵਾਰ ਐਮਾਜ਼ਨ ਆਪਣੇ ਸ਼ੇਅਰ ਵੇਚਣ ਆਈ ਤਾਂ ਇਹਦੇ ਕੋਲ ਟੋਟਲ 3 ਮਿਲੀਅਨ ਸ਼ੇਅਰ ਸਨ। ਮਤਲਬ ਐਮਾਜ਼ਨ ਕੰਪਨੀ ਦੇ 3 ਮਿਲੀਅਨ ਹਿੱਸੇ ਕਰ ਦਿੱਤੇ ਗਏ ਐਂਡ ਐਵਰੀ ਈਚ ਸ਼ੇਅਰ ਨੂੰ ਬਾਏ ਕਰਨ ਵਾਲਾ ਸ਼ੇਅਰ ਹੋਲਡਰ ਕੰਪਨੀ ਦੇ ਇੱਕ ਹਿੱਸੇ ਦਾ ਮਾਲਕ ਮੰਨਿਆ ਜਾਵੇਗਾ। ਦੈਨ ਜਿਹਦੇ ਕੋਲ ਜਿੰਨੇ ਜ਼ਿਆਦਾ ਸ਼ੇਅਰ ਹੋਣਗੇ ਉਹਦੀ ਉਨੀ ਵੱਡੀ ਪੋਜੀਸ਼ਨ ਹੋਵੇਗੀ ਕੰਪਨੀ ਦੇ ਵਿੱਚ। ਹੁਣ ਸਵਾਲ ਹੈ ਕਿ ਐਮਾਜ਼ਨ ਸਟਾਕ ਮਾਰਕੀਟ ਵਿੱਚ ਆਈ ਕਿਉਂ? ਕੋਈ ਵੀ ਕੰਪਨੀ ਦਾ ਸਟਾਕ ਮਾਰਕੀਟ ਵਿੱਚ ਆਉਣ ਦਾ ਸਿੰਗਲ ਰੀਜ਼ਨ ਹੁੰਦਾ ਹੈ ਪੈਸਾ। ਕੰਪਨੀ ਲੋਕਾਂ ਦੀ ਮਨੀ ਯੂਜ਼ ਕਰਕੇ ਹੋਰ ਨਵੇਂ ਪ੍ਰੋਡਕਟ ਲਾਂਚ ਕਰਦੀ ਹੈ, ਜਿਹਦੇ ਨਾਲ ਕੰਪਨੀ ਦੀ ਸੇਲ ਵੱਧਦੀ ਹੈ, ਆਟੋਮੈਟਿਕਲੀ ਕੰਪਨੀ ਹੋਰ ਗਰੋ ਕਰਦੀ ਹੈ, ਪ੍ਰੋਫਿਟ ਜਨਰੇਟ ਹੁੰਦਾ ਹੈ। ਸਿਮਿਲਰਲੀ ਲੋਕਾਂ ਵੱਲੋਂ ਲਾਇਆ ਗਿਆ ਕੰਪਨੀ ਵਿੱਚ ਉਹਨਾਂ ਦਾ ਪੈਸਾ ਵੀ ਵੱਧਦਾ ਹੈ। ਹੁਣ ਇਹ ਤੇ ਗੱਲਾਂ ਹੋ ਗਈਆਂ ਅੱਜ ਤੋਂ 26 ਸਾਲ ਪਹਿਲਾਂ ਦੀਆਂ। ਸੋ ਅੱਜ ਦੀ ਡੇਟ ਤੱਕ ਐਮਾਜ਼ਨ ਨੇ ਇੰਨੇ ਸਾਲ ਕਈ ਗੁਣਾ ਤਰੱਕੀ ਕੀਤੀ। ਕੌਨਸੀਕੁਐਂਟਲੀ ਇਹ ਕੁਝ ਮਿਲੀਅਨ ਡਾਲਰ ਦੀ ਕੰਪਨੀ ਤੋਂ $1 ਟ੍ਰਿਲੀਅਨ ਦੀ ਕੰਪਨੀ ਬਣ ਗਈ ਐਂਡ ਐਮਾਜ਼ਨ ਨੇ ਬੈਕ ਟੂ ਬੈਕ ਪ੍ਰੋਡਕਟ ਲਾਂਚ ਕੀਤੇ ਐਂਡ ਸਟਿਲ ਕਰ ਵੀ ਰਹੀ ਹੈ। ਜਿਹਨੇ ਐਮਾਜ਼ਨ ਵਿੱਚ $1000 ਇਨਵੈਸਟ ਕੀਤੇ ਸੀ 97, ਉਹਦੀ ਮਨੀ ਗਰੋ ਕਰਕੇ ਅੱਜ ਦੀ ਡੇਟ ਵਿੱਚ $250,000 ਬਣ ਗਏ ਨੇ। ਮਤਲਬ ਜੇ ਇੰਡੀਅਨ ਕਰੰਸੀ ਵਿੱਚ ਕਿਸੇ ਨੇ 40,000 ਰੁਪਏ ਲਗਾਏ ਹੁੰਦੇ ਉਦੋਂ, ਤੇ ਉਹਦੇ ਅੱਜ 40,000 2 ਕਰੋੜ ਬਣ ਗਿਆ ਹੋਣਾ ਸੀ। ਸੋ ਇਹ ਤੇ ਸੀ ਕਿਸੇ ਇੱਕ ਕੰਪਨੀ ਦੀ ਸਟੋਰੀ ਸ਼ੇਅਰ ਮਾਰਕੀਟ ਵਿੱਚ। ਇਦਾਂ ਦੀਆਂ ਨਿਊਮਰਸ ਕੰਪਨੀਆਂ ਪ੍ਰੈਜ਼ੈਂਟ ਨੇ ਸਟਾਕ ਮਾਰਕੀਟ ਦੀ ਦੁਨੀਆ ਵਿੱਚ। ਐਂਡ ਸਟਾਕ ਮਾਰਕੀਟ ਐਟ ਦਾ ਸੇਮ ਟਾਈਮ ਕੋਈ ਇੰਨੀ ਵੀ ਕੰਪਲਿਕੇਟਡ ਨਹੀਂ ਕਿ ਸਮਝ ਹੀ ਨਾ ਜਾ ਸਕੇ। ਕੁਝ ਲੋਕ ਇਹਨੂੰ ਸੱਟੇ ਬਾਜ਼ਾਰ ਦਾ ਨਾਮ ਵੀ ਦੇ ਦਿੰਦੇ ਨੇ ਬਟ ਆਈ ਪਰਸਨਲੀ ਡੋਂਟ ਫੀਲ ਦੈਟ ਵੇ, ਬਿਕੋਜ਼ ਤੁਸੀਂ ਮਲਟੀਪਲ ਵੇਜ਼ ਨਾਲ ਦੇਖ ਸਮਝ ਸਕਦੇ ਹੋ ਕਿ ਕੋਈ ਕੰਪਨੀ ਗਰੋ ਕਰ ਸਕਦੀ ਹੈ ਜਾਂ ਨਹੀਂ। ਜਿਵੇਂ ਰਕੇਸ਼ ਜੁੰਝੁਨਵਾਲਾ ਨੇ ਘੜੀਆਂ ਦੀ ਕੰਪਨੀ ਟਾਈਟਨ ਨੂੰ ਸਮਝ ਕੇ ਇਨਵੈਸਟਮੈਂਟ ਕੀਤੀ। ਇਸ ਇਨਸਾਨ ਨੇ 5000 ਰੁਪਈਆਂ ਤੋਂ 32,000 ਕਰੋੜ ਦੀ ਵੈਲਥ ਕ੍ਰੀਏਟ ਕੀਤੀ ਜਸਟ ਫਰੋਮ ਸਟਾਕ ਮਾਰਕੀਟ। ਐਂਡ ਸਿਮਿਲਰਲੀ ਵਾਰਨ ਬਫਟ ਨੇ ਕੋਕਾ ਕੋਲਾ ਕੰਪਨੀ ਵਿੱਚ। ਵਾਰਨ ਬਫਟ ਉਹੀ ਇਨਸਾਨ ਹੈ ਜੋ ਕਹਿੰਦਾ ਸੀ ਕਿ ਇਫ ਯੂ ਡੋਂਟ ਫਾਈਂਡ ਅ ਵੇ ਟੂ ਮੇਕ ਮਨੀ ਵਾਈਲ ਯੂ ਸਲੀਪ ਯੂ ਵਿਲ ਵਰਕ ਅੰਟਿਲ ਯੂ ਡਾਈ। ਮਤਲਬ ਜੇ ਤੁਸੀਂ ਸੁੱਤੇ ਪਏ ਪੈਸਾ ਨਹੀਂ ਕਮਾ ਰਹੇ ਦੈਨ ਤੁਹਾਨੂੰ ਸਾਰੀ ਉਮਰ ਮਰਨ ਤੱਕ ਕੰਮ ਹੀ ਕਰਨਾ ਪਵੇਗਾ। ਜੇ ਕਦੇ ਵੀ ਸਟਾਕ ਮਾਰਕੀਟ ਨੂੰ ਡੀਪ ਡੀਟੇਲਸ ਵਿੱਚ ਅੰਡਰਸਟੈਂਡ ਕਰਨਾ ਹੋਇਆ ਦੈਨ ਰੀਡ ਅਬਾਊਟ ਥੀਸ ਟੂ ਇਨਸੇਨ ਇਨਵੈਸਟਰਸ। ਦੇਅਰ ਫੰਡਾਮੈਂਟਲਸ ਸਟੈਂਡ ਅਲੋਂਗ ਦੇਅਰ ਪੇਸ਼ੈਂਸ ਐਂਡ ਜਸਟ ਪੇਸ਼ੈਂਸ। ਸਮਝਦੇ ਹਾਂ ਸੈਂਸੈਕਸ ਐਂਡ ਨਿਫਟੀ ਦੇ ਬਾਰੇ। ਇਹ ਐਕਚੁਅਲੀ ਇੰਡੀਆ ਦੀ ਸਟਾਕ ਮਾਰਕੀਟ ਦਾ ਓਵਰਆਲ ਬਿਹੇਵੀਅਰ ਦੱਸਦੇ ਨੇ।
ਫੋਰ ਐਗਜ਼ਾਮਪਲ ਜਿਵੇਂ ਵੋਟਾਂ ਦੇ ਰਿਜ਼ਲਟ ਤੋਂ ਪਹਿਲਾਂ ਇੱਕ ਐਗਜ਼ਿਟ ਪੋਲਸ ਹੁੰਦੇ ਨੇ ਜਿਨ੍ਹਾਂ ਵਿੱਚ ਫਾਈਨਲ ਰਿਜ਼ਲਟ ਆਉਣ ਤੋਂ ਪਹਿਲਾਂ ਕੁਝ ਹਜ਼ਾਰ ਲੋਕਾਂ ਦਾ ਰਿਵਿਊ ਲੈ ਕੇ ਅਪਰੋਕਸੀਮੇਟ ਰਿਜ਼ਲਟ ਕੱਢਿਆ ਜਾਂਦਾ ਹੈ ਲੋਕਾਂ ਨੂੰ ਦੱਸਣ ਦੇ ਲਈ, ਜੋ ਕਿ ਮੋਸਟਲੀ 60 to 70% ਰਾਈਟ ਹੀ ਹੁੰਦਾ ਹੈ। ਉੱਦਾਂ ਹੀ ਸੈਂਸੈਕਸ ਐਂਡ ਨਿਫਟੀ ਸਟਾਕ ਮਾਰਕੀਟ ਵਿੱਚ ਲਿਸਟਡ ਥਾਊਜ਼ੈਂਡਸ ਆਫ ਕੰਪਨੀ ਵਿੱਚੋਂ ਬੈਸਟ ਟਾਪ ਕੰਪਨੀਜ਼ ਨੂੰ ਲੈ ਕੇ ਇੱਕ ਟ੍ਰੈਂਡ ਸ਼ੋ ਕਰਦੇ ਨੇ। ਜੇ ਉਹ ਮੇਜਰ ਕੰਪਨੀਜ਼ ਦੇ ਸਟਾਕ ਅਪ ਹੋਣ ਦੈਨ ਸੈਂਸੈਕਸ ਐਂਡ ਨਿਫਟੀ ਦੀ ਅਪਵਰਡ ਟ੍ਰੈਂਡ ਸ਼ੋ ਕਰਨਗੇ, ਜੇ ਸਟਾਕ ਡਾਊਨ ਹੋਣਗੇ ਦੈਨ ਡਾਊਨਵਰਡ ਟ੍ਰੈਂਡ। ਇਹਦੇ ਨਾਲ ਇਨਵੈਸਟਰਸ ਹਿਸਾਬ ਲਗਾ ਲੈਂਦੇ ਨੇ ਕਿ ਮਾਰਕੀਟ ਅਪ ਜਾ ਰਹੀ ਹੈ ਔਰ ਡਾਊਨ, ਦੈਨ ਦੇ ਇਨਵੈਸਟ ਅਕੋਰਡਿੰਗਲੀ। ਫॉर योर ਇਨਫੋਰਮੇਸ਼ਨ ਸੈਂਸੈਕਸ ਵਿੱਚ ਟੋਟਲ 30 ਟਾਪ ਕੰਪਨੀਜ਼ ਹੁੰਦੀਆਂ ਨੇ ਐਂਡ ਨਿਫਟੀ ਵਿੱਚ 50 ਕੰਪਨੀਜ਼। ਅਪਾਰਟ ਫਰੋਮ ਥੀਸ ਇੱਕ ਗੱਲ ਤਾਂ ਮੈਂ ਵੀ ਲੇਟਲੀ ਅੰਡਰਸਟੈਂਡ ਕੀਤੀ ਕਿ ਬੈਂਕ ਵਿੱਚ ਰੱਖੀ ਮਨੀ ਆਪਣੇ ਕਿਸੇ ਵੀ ਕੰਮ ਨਹੀਂ ਕਾਜ਼ ਆਫ ਇਨਫਲੇਸ਼ਨ ਰੇਟ which increases by 4 to 6% nowadays। ਮਤਲਬ ਤੁਹਾਡਾ ਬੈਂਕ ਵਿੱਚ ਰੱਖਿਆ ਅੱਜ $100 ਸਾਲ ਬਾਅਦ 94 ਦੇ ਇਕੁਅਲ ਹੋ ਜਾਵੇਗਾ, ਬਟ ਉਹੀ ਮਨੀ ਬੈਂਕ ਕਿਸੇ ਹੋਰ ਨੂੰ ਦੇ ਕੇ ਬਹੁਤ ਇੰਟਰਸਟ ਬਣਾਉਂਦਾ ਹੈ ਇਨ ਦੀ ਫਾਰਮ ਆਫ ਮੌਰਗੇਜ ਐਂਡ ਫਾਈਨੈਂਸ। ਇਹ ਗੱਲਾਂ ਉਹ ਨੇ ਜੋ ਤੁਹਾਨੂੰ ਕਦੇ ਕਿਸੇ ਨੇ ਰੋਕ ਕੇ ਨਹੀਂ ਸਮਝਾਉਣੀਆਂ, ਤੁਹਾਨੂੰ ਖੁਦ ਇਨੀਸ਼ੀਏਟਿਵ ਲੈਣਾ ਪਵੇਗਾ ਇਫ ਯੂ ਰੀਅਲੀ ਵਾਂਟ ਕਿ ਤੁਹਾਡੀ ਮਨੀ ਗਰੋ ਕਰੇ। The time you are dependent on someone to take care of your money like a bank or any financial advisor, ਤਾਂ ਯਾਦ ਰੱਖੋ ਤੁਸੀਂ ਅਮੀਰ ਹੋ ਜਾਂ ਨਾ, ਬਟ ਉਹ ਬੈਂਕ ਐਂਡ ਫਾਈਨੈਂਸ਼ੀਅਲ ਐਡਵਾਈਜ਼ਰ ਜ਼ਰੂਰ ਹੋਣਗੇ। ਸੋ ਦਿਸ ਇਜ਼ ਦਾ ਟਾਈਮ ਟੂ ਟੇਕ ਫਿਊ ਬੇਬੀ ਸਟੈਪਸ ਐਂਡ ਸਟਾਰਟ ਲਰਨਿੰਗ ਅਬਾਊਟ ਇਨਵੈਸਟਮੈਂਟ। ਦੇਰ ਆਰ ਸਮ ਬੁੱਕਸ ਵਿਚ ਯੂ ਕੈਨ ਗੋ ਐਂਡ ਰੀਡ ਲਾਈਕ ਬੈਂਜਾਮਿਨ ਗ੍ਰੈਹਮਸ ਦੀ ਲਿਖੀ ਦ ਇੰਟੈਲੀਜੈਂਟ ਇਨਵੈਸਟਰ ਐਂਡ ਨੈਪੋਲੀਅਨ ਹਿਲਸ ਦੀ ਲਿਖੀ ਥਿੰਕ ਐਂਡ ਗਰੋ ਰਿਚ। ਮੈਂ ਡਿਸਕ੍ਰਿਪਸ਼ਨ ਵਿੱਚ ਇਹਨਾਂ ਬੁੱਕਸ ਦਾ ਲਿੰਕ ਵੀ ਡ੍ਰੌਪ ਕਰ ਦਊਂਗਾ। ਮੈਂ ਆਪਣੇ ਆਪ ਵਿੱਚ ਕੋਈ ਫਾਈਨੈਂਸ ਐਕਸਪਰਟ ਤਾਂ ਨਹੀਂ ਹੈ, ਨਾ ਹੀ ਮੇਰੀ ਐਜੂਕੇਸ਼ਨ ਇਸ ਫੀਲਡ ਵਿੱਚ ਹੈ, ਬਟ ਆਈ ਸਟਿਲ ਕੇਅਰ ਅਬਾਊਟ ਮਾਈ ਹਾਰਡ ਐਂਡ ਮਨੀ ਐਜ਼ ਐਵਰੀ ਵਨ ਆਫ ਯੂ। That's why I self-study all these books। ਇੱਕ ਗੱਲ ਨੂੰ ਯਾਦ ਰੱਖੋ, ਹਰ ਇੱਕ ਨਵਾਂ ਕੰਮ, ਨਵੀਂ ਗੁੱਡ ਹੈਬਿਟ ਬਿਗਿਨਿੰਗ ਵਿੱਚ ਹਾਰਡ ਲੱਗਦੀ ਹੈ ਕੰਪੈਰੇਟਿਵਲੀ ਬੈਡ ਹੈਬਿਟ ਦੇ, ਬਟ ਲੇਟਰ ਪੇ ਆਫ ਵੀ ਗੁੱਡ ਹੈਬਿਟ ਹੀ ਕਰਦੀ ਹੈ। ਸੋ ਆਪਣੇ ਬ੍ਰੇਨ ਨੂੰ ਸ਼ਾਰਪ ਕਰੋ ਐਂਡ ਯੂਜ਼ ਦਿਸ ਸੋਸ਼ਲ ਮੀਡੀਆ, ਡੋਂਟ ਮੇਕ ਇਟ ਯੂਜ਼ ਯੂ। That is all for this video। ਫਿਊਚਰ ਵਿੱਚ ਮੈਂ ਡੈਫੀਨੇਟਲੀ ਫਾਈਨੈਂਸ ਰਿਲੇਟਡ ਟੌਪਿਕਸ ਤੇ ਕੰਟੈਂਟ ਕ੍ਰੀਏਟ ਕਰਦਾ ਰਹਾਂਗਾ, like mutual funds, bonds, cryptocurrencies, and if you really feel to learn more about money, then do subscribe my channel and don't forget to press the bell icon। I promise I will bring the best possible content in near future। Till then, keep learning as well improving। Thank you so much for watching।